चित बंधन अनिक बार, सर्ब कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा सी कालू नाथ दा। प्रसंग इत्थों तक पहुंचा है कि कालू नाथ ने ਉਹ ਜਿਹੜਾ ਬਾਲਕ ਜਿਹਨੂੰ ਕਿ ਸਤਿਗੁਰਾਂ ਨੇ ਸ਼ਕਤੀਆਂ ਬਖਸ਼ੀਆਂ ਸਨ, ਉਹਦੀਆਂ ਸਾਰੀਆਂ ਸ਼ਕਤੀਆਂ ਨੂੰ ਕਾਲੂ ਨਾਥ ਨੇ ਆਪਣੇ ਵਿੱਚ ਸੰਭਾਲਿਆ। ਉਹਨੂੰ ਬਾਲਕ ਨੂੰ ਸ਼ਕਤੀਆਂ ਤੋਂ ਸਖਣਾ ਕਰ ਦਿੱਤਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਪੁਨ ਬੂਝਤ ਪਾਇਬ ਸੁਧ ਦੀਜੈ, ਬਾਲਕ ਭਾਣਿਓ ਨ ਮੈਂ ਕੁਛ ਜਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਾਰੀਆਂ ਸ਼ਕਤੀਆਂ ਕਾਲੂ ਨਾਥ ਨੇ ਬਾਲਕ ਦੀਆਂ ਕੱਢ ਲਈਆਂ, ਉਸ ਤੋਂ ਬਾਅਦ ਫੇਰ ਸਵਾਲ ਕੀਤਾ ਕਾਲੂ ਨੇ। ਬਾਲਕ ਨੂੰ ਕਹਿੰਦਾ ਕਿ ਹੁਣ ਸੁਧ ਦੇ ਕਿ ਸਤਿਗੁਰੂ ਜੀ ਕਿੱਥੇ ਨੇ, ਜਿਸ ਤਰ੍ਹਾਂ ਤੋਂ ਪਹਿਲਾਂ ਖਬਰ ਦਿੱਤੀ ਸੀ। ਅੱਗੋਂ ਬਾਲਕ ਕਹਿੰਦਾ ਨਾ ਮੈਂ ਕੁਛ ਜਾਣ, ਹੁਣ ਤੇ ਮੈਨੂੰ ਕੁਝ ਦਿਖਾਈ ਨਹੀਂ ਦਿੰਦਾ, ਕੋਈ ਵੀ ਸੋਝੀ ਨਹੀਂ ਰਹੀ। ਸ੍ਰੀ ਹਰਿ ਗੋਬਿੰਦ ਹਿਰਦੈ ਵਿਚਾਰੀ, ਸਿਸ ਕੀ ਅਰਹਮ ਦਈ ਮਹਾਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ, ਸਿਸ ਕੀ ਅਰਹਮ ਦਈ ਮਹਾਨ। ਸੋਚਿਆ ਕਿ ਬਾਲਕ ਦੀ ਖਿੱਚੀ ਹੋਈ ਕਰਾਮਾਤ ਵੀ ਇਸ ਕਾਲੂ ਨਾਥ ਨੇ ਪ੍ਰਾਪਤ ਕਰ ਲਈ ਹੈ। ਇਸ ਤੋਂ ਇਲਾਵਾ ਅਸੀਂ ਵੀ ਇਹਨੂੰ ਵੱਡੀਆਂ ਸ਼ਕਤੀਆਂ ਕਾਲੂ ਨਾਥ ਨੂੰ ਪਹਿਲਾਂ ਦਿੱਤੀਆਂ ਸਨ। ਕਾਲ ਨ ਕਾਲੀ ਸੰਗ ਰਿਓ ਨਹੀਂ, ਅਬ ਪਰਖੈ ਨਿਸ਼ਚੈ ਸਥਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਬਹੁਤੀ ਜ਼ਿਆਦਾ ਇਹਨੇ ਘਾਲ ਵੀ ਘਾਲੀ ਨਹੀਂ ਹੈ, ਤਾਂ ਵੀ ਅਸੀਂ ਵਧੇਰੇ ਸ਼ਕਤੀਆਂ ਦਿੱਤੀਆਂ। ਇਸ ਤੋਂ ਇਲਾਵਾ ਬਾਲਕ ਨੂੰ ਜਿਹੜੀਆਂ ਸ਼ਕਤੀਆਂ ਦਿੱਤੀਆਂ ਸਨ ਉਹ ਵੀ ਇਹਨੇ ਲੈ ਲਈਆਂ ਨੇ। ਸਾਡੇ ਨਾਲ ਬਹੁਤਾ ਚਿਰ ਇਹ ਰਿਹਾ ਵੀ ਨਹੀਂ ਹੈ। ਅਬ ਪਰਖੈ ਨਿਸ਼ਚਲ ਇਸ ਥਾਨ। ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਨੂੰ ਇਸ ਕਾਲੂ ਨਾਥ ਦੀ ਪਰਖ ਕਰਨੀ ਚਾਹੀਦੀ ਹੈ ਕਿ ਇਹਦਾ ਨਿਸ਼ਚਾ ਕਿੱਥੋਂ ਤੱਕ ਵੱਜਾ ਹੋਇਆ। ਇੱਕ ਲੋਟਾ ਤਿਸ ਨਿਕਟ ਅਦਕ ਪ੍ਰਿਆ, ਕਿਸੂ ਦੇਸ਼ ਤੇ ਸੁੰਦਰ ਆਨ। ਕਵੀ ਜੀ ਲਿਖਦੇ ਨੇ ਕਿ ਉਸ ਕਾਲੂ ਨਾਥ ਦੇ ਕੋਲ ਇੱਕ ਲੋਟਾ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਉਸ ਨਾਥ ਨੂੰ ਪਿਆਰਾ ਸੀ। ਕਿਸੇ ਦੂਰ ਦੇਸ਼ ਤੋਂ ਕਿਸੇ ਨੇ ਲਿਆ ਕੇ ਉਸ ਨਾਥ ਨੂੰ ਉਹ ਲੋਟਾ ਬਰਤਨ ਅਰਪਣ ਕੀਤਾ ਸੀ। ਸੋ ਸਤ ਗੁਰ ਤਵ ਜਾਚਨ ਕੀਨਸ, ਹਮਕੋ ਦੇਹ ਬਣਿਓ ਇਹ ਚਾਰ। ਜਾਣ ਬੁੱਝ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਲੋਟੇ ਦੇ ਨਾਥ ਦੇ ਕੋਲੋਂ ਮੰਗ ਕੀਤੀ। ਕਹਿੰਦੇ ਨੇ ਹੇ ਨਾਥਾ, ਇਹ ਜਿਹੜਾ ਲੋਟਾ ਹੈ ਆਪਣਾ, ਇਹ ਸਾਨੂੰ ਦੇ ਦੇ, ਸਾਨੂੰ ਬਹੁਤ ਹੀ ਜ਼ਿਆਦਾ ਇਹ ਸੋਹਣਾ ਲੱਗੇ। ਕਾਲੂ ਕਹਿਓ ਅਦਕ ਪ੍ਰਿਆ ਮੇਰੋ, ਨਿਤ ਰਾਖੋ ਸੁਧ ਭਲੇ ਸੁਧਾਰ। ਅੱਗੋਂ ਕਾਲੂ ਨਾਥ ਨੇ
ਬੇਨਤੀ ਕੀਤੀ ਹੈ ਕਿ ਇਹ ਲੋਟਾ ਮੈਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੈ, ਹਮੇਸ਼ਾ ਆਪਣੇ ਕੋਲ ਇਸ ਨੂੰ ਰੱਖਦਾ ਹਾਂ, ਇਸ ਦੀ ਸੁੱਧ ਕਦੇ ਵੀ ਭੁਲਾਉਂਦਾ ਨਹੀਂ। ਇਹ ਨਹੀਂ ਦਿਓ ਜਾਏ ਕਬ ਮੋਤੇ, ਜੀਵਤ ਤਿਆਗ ਨ ਸਕੋ ਵਿਚਾਰ। ਕਾਲੂ ਨਾਥ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਇਹ ਜਿਹੜਾ ਲੋਟਾ ਹੈ ਕਿਸੇ ਵੀ ਤਰੀਕੇ ਦੇ ਨਾਲ ਮੈਂ ਕਿਸੇ ਨੂੰ ਵੀ ਦੇ ਨਹੀਂ ਸਕਦਾ। ਕਹਿੰਦਾ ਕਿ ਜਿੰਨਾ ਚਿਰ ਮੈਂ ਜਿਉਂਦਾ ਹਾਂ ਮੈਂ ਇਸ ਲੋਟੇ ਨੂੰ ਕਦੇ ਵੀ ਦੂਰ ਨਹੀਂ ਕਰ ਸਕਦਾ, ਇਹ ਮੇਰਾ ਵਿਚਾਰ ਹੈ। ਲੋਟੇ ਸਹਿਤ ਆਪ ਕੋ ਮੈਂ ਨਿਤ, ਇਹ ਬਖਸ਼ੋ ਮੋਹਿ ਗੁਰੂ ਉਦਾਰ। ਕਾਲੂ ਨਾਥ ਕਹਿੰਦਾ ਕਿ ਇਸ ਲੋਟੇ ਦਾ ਤੁਸੀਂ ਕੀ ਕਰਨਾ ਹੈ, ਮੈਂ ਲੋਟੇ ਦੇ ਸਮੇਤ ਹੀ ਹਮੇਸ਼ਾ ਤੁਹਾਡਾ ਦਾਸ ਹਾਂ। ਕਹਿੰਦਾ ਇਹ ਬਖਸ਼ੋ ਮੁਝ ਪ੍ਰਤੀ ਉਦਾਰ, ਹੇ ਉਦਾਰ ਗੁਰੂ ਜੀ ਇਸ ਗੱਲ ਦੀ ਬਖਸ਼ਿਸ਼ ਕਰੋ ਕਿ ਲੋਟਾ ਮੇਰੇ ਕੋਲ ਰਹਿਣ ਦਿਓ। ਸ੍ਰੀ ਹਰਿ ਗੋਬਿੰਦ ਲਖ ਬਹੁ ਮਮਤਾ, ਹਮ ਨਾਥਨ ਕੋ ਨਾਥ ਬਣਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਕਿੰਨਾ ਮੋਹ ਕਰਦਾ ਹੈ ਇੱਕ ਛੋਟੇ ਜਿਹੇ ਮਾਮੂਲੀ ਲੋਟੇ ਦੇ ਨਾਲ। ਸਤਿਗੁਰੂ ਜੀ ਨੇ ਦੇਖਿਆ ਕਿ ਮਮਤਾ ਕਰਦਾ ਹੈ ਲੋਟੇ ਦੇ ਨਾਲ। ਸਤਿਗੁਰੂ ਜੀ ਕਹਿੰਦੇ ਨੇ ਹਮ ਨਾਥਨ ਕੋ ਨਾਥ ਬਣਾਏ। ਕਾਲੂ ਨਾਥ ਨੂੰ ਕਹਿੰਦੇ ਨੇ ਹੇ ਕਾਲੂ ਅਸੀਂ ਤੇ ਸਾਰਿਆਂ ਨਾਥਾਂ ਦਾ ਤੈਨੂੰ ਵੱਡਾ ਮਾਲਕ ਬਣਾ ਦਿੱਤਾ ਸੀ। ਨਹੀਂ ਤੈ ਰਹਿਓ ਪ੍ਰਥਮ ਸਮ ਹੋਜੈ, ਨਹੀਂ ਬਾਕ ਮਾਨਿਓ ਮਨ ਲਿਆਏ। ਸਤਿਗੁਰੂ ਜੀ ਕਹਿੰਦੇ ਨੇ ਇੱਕ ਲੋਟੇ ਦੀ ਮੰਗ ਕੀਤੀ, ਤੂੰ ਆਪਣਾ ਮਾਮੂਲੀ ਲੋਟਾ ਮੈਨੂੰ ਦੇ ਨਹੀਂ ਸਕਦਾ ਤੇ ਮੈਂ ਤੈਨੂੰ ਨਾਥਾਂ ਦਾ ਨਾਥ ਬਣਾ ਦਿੱਤਾ। ਪਰ ਸਤਿਗੁਰੂ ਜੀ ਉਸ ਵੇਲੇ ਕਹਿੰਦੇ ਨੇ ਜੋ ਵੀ ਕੋਈ ਤੈਨੂੰ ਦਿੱਤਾ ਹੈ ਹੁਣ ਤੇਰੇ ਕੋਲ ਬਿਲਕੁਲ ਵੀ ਨਹੀਂ ਰਹੇਗਾ, ਕਿਉਂਕਿ ਤੂੰ ਸਾਡਾ ਵਚਨ ਨਹੀਂ ਮੰਨਿਆ। ਲਈ ਬਾਲ ਤੇ ਆਪ ਪਾਇਓ ਵੱਡ, ਤੋ ਕੋ ਪੀ ਨ ਉਚਿਤ ਇਸ ਪਾਏ। ਸਤਿਗੁਰੂ ਜੀ ਉਸ ਕਾਲੂ ਨਾਥ ਨੂੰ ਕਹਿੰਦੇ ਨੇ ਕਿ ਤੂੰ ਇਹ ਕਹਿ ਕੇ ਸਾਰੀਆਂ ਬਾਲਕ ਤੋਂ ਸ਼ਕਤੀਆਂ ਲੈ ਲਈਆਂ ਕਿ ਬਾਲਕ ਇਸ ਸ਼ਕਤੀਆਂ ਦੇ ਲਾਇਕ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਵੀ ਤੈਨੂੰ ਇਸੇ ਤਰ੍ਹਾਂ ਦਾ ਸਮਝਿਆ ਹੈ ਕਿ ਤੂੰ ਵੀ ਸਾਡੀਆਂ ਬਖਸ਼ੀਆਂ ਹੋਈਆਂ ਸ਼ਕਤੀਆਂ ਦੇ ਬਿਲਕੁਲ ਲਾਇਕ ਨਹੀਂ ਹੈ। ਇਸ ਕਰਕੇ ਜਿੰਨੀਆਂ ਵੀ ਸ਼ਕਤੀਆਂ ਤੇਰੇ ਵਿੱਚ ਹਨ ਉਹ ਬਿਲਕੁਲ ਨਹੀਂ ਰਹਿਣਗੀਆਂ। ਅਸੀਂ ਆਪਣੀਆਂ ਸ਼ਕਤੀਆਂ ਵਾਪਸ ਲੈਂਦੇ। ਕਹਿਬੇ ਮਾਤਰ ਗੁਰੂ ਕੇ ਤਿਮਹੀ, ਕਾਲੂ ਹੋਇਓ ਸਹਿਜ ਸੁਭਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਬਚਨ ਕਰਨ ਦੀ ਮਾਨੋ ਕਿ ਦੇਰ ਸੀ, ਉਸੇ ਵੇਲੇ ਕਾਲੂ ਸਾਰੀਆਂ ਸ਼ਕਤੀਆਂ ਤੋਂ ਵਿਹੂਣਾ ਹੋ ਗਿਆ, ਸਖਣਾ ਹੋ ਗਿਆ। ਹਿਰਦੈ ਬੇਸੂਰਤ ਬੰਧਨ ਕਰਕੇ, ਗਇਓ ਆਪਣੇ ਥਾਨ ਮਝਾਰ। ਬੜਾ ਪਛਤਾਇਆ, ਬੜਾ ਝੁਰਿਆ ਕਾਲੂ ਨਾਥ। ਨਮਸਕਾਰ ਕਰਕੇ ਝੁਰਦਾ ਹੋਇਆ ਮੁਰਝਾਏ ਮਨ ਦੇ ਨਾਲ ਫਿਰ ਕਾਲੂ ਉੱਥੋਂ ਚਲਾ ਗਿਆ। ਤਾਰੇ ਨਮਰਤਾ ਪ੍ਰਾਪਤ ਹੋਈ, ਪੁਣ ਗੁਰ ਮਾਇਆ ਪ੍ਰਬਲ ਉਦਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਬੜੀ ਨਿਮਰਤਾ ਨੂੰ ਧਾਰਨ ਕੀਤਾ ਸੀ, ਇਸੇ ਕਰਕੇ ਕਾਲੂ ਨੂੰ ਵੱਡੀਆਂ ਸ਼ਕਤੀਆਂ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਮਿਲੀਆਂ ਸਨ। ਪਰ ਕਹਿੰਦੇ ਨੇ ਪੁਣ ਗੁਰ ਮਾਇਆ ਪ੍ਰਬਲ ਉਦਾਰ, ਪਰ ਗੁਰੂ ਦੀ ਜਿਹੜੀ ਮਾਇਆ ਹੈ ਉਹ ਬੜੀ ਪ੍ਰਬਲ ਹੈ, ਉਹ ਬੜੀ ਤੇਜ਼ ਹੈ। ਉਸ ਪ੍ਰਭੂ ਦੀ ਗੁਰੂ ਦੀ ਮਾਇਆ ਨੇ ਉਸ ਨੂੰ ਭਰਮਾ ਦਿੱਤਾ। ਭਰਮਾਇਓ ਨਹੀਂ ਸਮਝ ਸਕਿਓ ਮਨ, ਇੱਕ ਇਮ ਕਾਲੂ ਕੀ ਗਾਤ ਵਿਚਾਰ। ਕਵੀ ਜੀ ਲਿਖਦੇ ਨੇ ਕਿ ਭਰਮ ਗਿਆ ਸਤਿਗੁਰਾਂ ਦੀ ਮਾਇਆ ਦੇ ਨਾਲ। ਸਤਿਗੁਰਾਂ ਦੀ ਮਾਇਆ ਨੂੰ ਉਹ ਬਿਲਕੁਲ ਵੀ ਮਨ ਦੇ ਵਿੱਚ ਸਮਝ ਨਾ ਸਕਿਆ। ਇਮ ਕਾਲੂ ਕੀ ਗਾਤ ਵਿਚਾਰ, ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੂ ਦੀ ਜਿਹੜੀ ਗਾਥਾ ਸੀ ਨਾ ਉਹ ਵਿਚਰੀ। ਅਬ ਲੋ ਥਾਨ ਤਹਾਂ ਤਿਸ ਕੇਰਾ, ਬਿਦਤ ਯਹ ਤਿਸ ਦੇਸ਼ ਮਝਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਤੱਕ ਵੀ ਉਹ ਜਿਹੜੀ ਜਗ੍ਹਾ ਹੈ ਉਹ ਬਹੁਤ ਹੀ ਜ਼ਿਆਦਾ ਦੁਨੀਆ ਦੇ ਵਿੱਚ ਮਸ਼ਹੂਰ ਹੈ। ਤੇ ਇਸ ਦੇਸ਼ ਮਝਾਰ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਵਾਰਤਾ ਉੱਥੇ ਵਾਪਰੀ ਸੀ। ਤੀਵਰ ਕਾਲੂ और है, तिसकी कथा न जान,
ਗ੍ਰਾਮ ਨਿਥਾਣੇ ਸੋ ਬਸੈ, ਸੁਣ ਸ਼ਰੋਤਾ ਸਾਵਧਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਇੱਕ ਕਾਲੂ ਹੋਇਆ ਹੈ ਜਿਹੜਾ ਕਿ ਝੀਵਰ ਸੀ। ਇਹ ਉਸ ਦੀ ਕਥਾ ਨੂੰ ਨਾ ਸਮਝੋ। ਕਹਿਣ ਤੋਂ ਭਾਵ ਕਵੀ ਜੀ ਦਾ ਇਹ ਹੈ ਕਿ ਜਿਹੜਾ ਝੀਵਰ ਕਾਲੂ ਹੋਇਆ ਹੈ ਇਹ ਉਸ ਦੀ ਕਥਾ ਮੈਂ ਬਿਆਨ ਨਹੀਂ ਕੀਤੀ। ਕਹਿੰਦੇ ਨੇ ਕਿ ਇਹ ਕਾਲੂ ਹੋਰ ਸੀ ਜਿਹੜਾ ਕਿ ਨਿਥਾਣੇ ਪਿੰਡ ਦੇ ਵਿੱਚ ਰਹਿਣ ਵਾਲਾ ਸੀ। ਇਹ ਉਸ ਦੀ ਗਾਥਾ ਨੂੰ ਕਵੀ ਜੀ ਲਿਖਦੇ ਨੇ, ਮੈਂ ਬਿਆਨ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਸਤਿਗੁਰ ਸੰਧਿਆ ਪਏ, ਉੱਠੇ ਸਭਾ ਤੇ ਆਏ, ਤੰਬੂ ਵਿਖੇ ਪਰਯੰਕ ਪਰ ਬੈਠੇ ਆਨੰਦ ਉਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਦੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚੋਂ ਉੱਠੇ ਨੇ ਤੇ ਤੰਬੂ ਦੇ ਵਿੱਚ ਜਾ ਕੇ ਪਲੰਗ ਜਿਹੜਾ ਡੱਠਾ ਹੋਇਆ ਸੀ ਉਸ ਦੇ ਉੱਤੇ ਆਨੰਦ ਦੇ ਨਾਲ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹਿ ਗਏ। ਖਾਣ ਪਾਣ ਕਰ ਜਾਮਨੀ, ਸੁਖ ਤੇ ਪਰ ਸੋਏ, ਭਾਈ ਭੋਰ ਜਾਗੇ ਪ੍ਰਭੂ ਸਾਵਧਾਨ ਹੋਏ। ਇਸ ਤੋਂ ਬਾਅਦ ਪ੍ਰਸ਼ਾਦ ਪਾਣੀ ਛਕ ਕੇ ਰਾਤ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਨੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਉੱਠ ਕੇ ਸਾਵਧਾਨ ਹੋਏ। ਸੋਚ ਇਸ਼ਨਾਨ ਠਾਣ ਕਰ, ਜਬ ਪਾਇਓ ਪ੍ਰਕਾਸ਼ਾ, ਹੇਤ ਅਰੂੜਨ ਕੇ ਤੁਰੰਗ ਅਨਵਾਇਓ ਹੈ ਪਾਸਾ। ਕਵੀ ਜੀ ਲਿਖਦੇ ਨੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ। ਜਦੋਂ ਦਿਨ ਦਾ ਪ੍ਰਕਾਸ਼ ਹੋਇਆ ਤੇ ਆਪਣੀ ਸਵਾਰੀ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਆਪਣੇ ਕੋਲ ਮੰਗਵਾਇਆ। ਜੋਧ ਸਹਿਤ ਜੋਧਾ ਸਕਲ, ਕਰ ਕਰ ਨਿਜ ਤਿਆਰੀ, ਜ਼ੀਨ ਪਵੰਗਮ ਪਾਏ ਕਰ ਠਾਨੀ ਅਸਵਾਰੀ। ਜੋਧ ਸ਼ਾਹ ਦੇ ਸਮੇਤ ਹੋਰ ਵੀ ਸਤਿਗੁਰਾਂ ਦੇ ਜਿਹੜੇ ਯੋਧੇ ਸਨ ਉਹਨਾਂ ਨੇ ਆਪੋ ਆਪਣੀ ਜਾਣ ਦੀ ਸਤਿਗੁਰਾਂ ਦੇ ਨਾਲ ਤਿਆਰੀ ਕੀਤੀ ਹੈ। ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਹੈ ਤੇ ਅਸਵਾਰੀ ਕਰਕੇ ਤਿਆਰ ਹੋਏ। ਦੁੰਦਬ ਬਾਜਤ ਸ਼ਬਦ ਬੜ, ਸਤ ਗੁਰ ਚੜ ਚਾਲੇ। ਕਵੀ ਜੀ ਲਿਖਦੇ ਨੇ ਕਿ ਉੱਚੀ ਧੁਨ ਦੇ ਨਾਲ ਨਗਾਰਾ ਵਜਾਇਆ ਗਿਆ ਜਿਹਦੀ ਬਹੁਤ ਹੀ ਉੱਚੀ ਆਵਾਜ਼ ਉੱਠੀ ਹੈ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ ਕੇ ਘੋੜੇ ਤੇ ਚੱਲ ਪਏ। ਕਰਤੇ ਬਿਰਤ ਅਖੇਰ ਕੋ, ਹਨ ਮ੍ਰਿਗਲ ਬਿਸਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਚਲੇ ਜਾ ਰਹੇ ਨੇ। ਰਸਤੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਨੇ। ਖੇਡਦਿਆਂ ਖੇਡਦਿਆਂ ਸ਼ਿਕਾਰ ਦੇ ਦੌਰਾਨ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਿਰਗਾਂ ਨੂੰ, ਹਿਰਨਾਂ ਨੂੰ ਸਤਿਗੁਰਾਂ ਨੇ ਮਾਰੇ। ਕਰਤ ਬਤਕ ਬਹੁ ਜੋਧ ਸੋ, ਮੁਖ ਹਾਸ ਬਿਲਾਸੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਧ ਸ਼ਾਹ ਦੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਬਚਨ ਬਿਲਾਸ ਹਾਸੇ ਮਜ਼ਾਕ ਦੇ ਕਰਦੇ ਜਾਂਦੇ ਨੇ। ਕਾਂਗੜਪੁਰ ਪ੍ਰਾਪਤ ਪਾਏ, ਉਤਰੇ ਤਿਸ ਪਾਸੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਆਖਰਕਾਰ ਕਾਂਗੜਪੁਰ ਦੇ ਨਜ਼ਦੀਕ ਹੀ ਸਤਿਗੁਰੂ ਜੀ ਪਹੁੰਚ ਗਏ ਨੇ ਤੇ ਪਿੰਡ ਤੋਂ ਬਾਹਰ ਵਾਰ ਹੀ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਆਵਤ ਪਇਓ ਪ੍ਰਿਯੰਕ ਬਰ, ਤਤ ਕਾਲ ਡਸਾਇਓ। ਉਸੇ ਵੇਲੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਸੋਹਣਾ ਜਿਹੜਾ ਪਲੰਗ ਸੀ ਉਹ ਲਿਆ ਕੇ ਢਾ ਦਿੱਤਾ ਗਿਆ। ਸ੍ਰੀ ਸਤਿਗੁਰ ਬੈਠੇ ਤਬੈ ਮੁਖ ਤੇ ਫਰਮਾਇਓ। ਪਲੰਗ ਤੇ ਬੈਠਣ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ। ਜੋਧ ਸ਼ਾਹ ਗਮਨੋ ਸਦਨ, ਬਿਸਰਾਮ ਕਰੀਜੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਧ ਸ਼ਾਹ ਨੂੰ ਕਹਿੰਦੇ ਨੇ ਕਿ ਤੂੰ ਹੁਣ ਆਪਣੇ ਘਰ ਦੇ ਵਿੱਚ
चलिया जा ते जाके विश्राम कर। मिलो सकल परिवार सो सुख ले सुख दीजै। सतगुरां ने आख्या अपने घर जाके आराम कर, जाके अपने परिवार नूं मिल और उन्हां दी सुख शांति दी खबर लै ते अपनी सुख शांति दी खबर दे। आयस मानी गयो कर आई तिस दारा, लगे काव गन तन बिखे पति सूर निहारा। सतगुरां दी आग्या नूं मन के, सतगुरां दे हुक्म नूं मन के जोधशाह अपने घर चला गया है। उस दी घरवाली जोधशाह दे लागे आई है। लागे आण के की देखा है जोधशाह दी घरवाली ने कि मेरा सूरमा पति आया है, पर शरीर दे उत्ते बहुते ही ज्यादा जोधशाह दे जख्म लगे हुए। जान्यो भयो सहाय गुरु एत करण काला। जदों शरीर दे उत्ते जख्म लगे हुए जोधशाह दी घरवाली ने वेखे ते मन दे विच जाणिया कि सतगुरां दी सहायता दे वास्ते इन्ने जंग कीता है, रण दे विच काल कमाई कीती है, ये बड़ी ही चंगी गल है। जीयत पिखियो निज कंत को बल करे बेसाला, जिउंदे जी वापस मेरा पति वापस मुड़ के जंग भूमि दे विचों आ गया है। इस गल नूं देख के खुश हुई है। बल करे बेसाला कि इसने वड्डे बल नूं धारण करके सतगुरां दी सहायता कीती है, मेरे मन नूं बड़ी खुशी। तब बूझो सब कहत पा गुर सम नहीं दूजा, सकल कला समरथ बलि सगरे जग पूजा। जदों पुछया जोधशाह दी घरवाली ने जंग दी बाबत, उस वेले जोधशाह कहंदा कि गुरु दे समान होर दूसरा कोई भी नहीं। कहंदा कि सारियां कलां दे विच सतगुरु हरगोबिंद सच्चे पातशाह जी समर्थ ने, वो बहुत वड्डे बली सूरमे ने, जग दे विच उन्हां दी पूजा। चाह जथा ठान तथा मान सुर आना। जोधशाह अपनी घरवाली नूं कहंदा है कि जिवें सतगुरु जी चाहुंदे ने उसे तरह हुंदा है, क्योंकि मन है सुर आना। जिहड़े देवते ने वो भी सतगुरु हरगोबिंद सच्चे पातशाह जी दी ईन नूं मनदे ने। बड़े भाग हमरे पए मिल किया सुख नाना, फतेह पाए जस को लियो गण तुरक खपाना। कहंदा कि बहुत वड्डे मेरे भाग सन कि मैं सतगुरु सच्चे पातशाह जी दे नाल मिलिया, अनेकां प्रकार दे सुखां नूं भोगिया। इस तो इलावा सतगुरां दी कृपा दे नाल वैरियां नूं तुरकां नूं रण भूमि दे विच मारिया खपाया ते जंग दे विच जित दी प्राप्ति कीती। कौन करे अस जंग को लश्कर बड़ आए। कहंदा कि जेकर सतगुरां दी कृपा ना हुंदी ते कौन इन्नी वड्डी फौज दे नाल लड़ सकदा सी, किदे विच इन्नी ताकत सी कि बादशाह दे वड्डे लश्कर नूं मार सकदा। तुरक होते बहु अद कही हम पट बहु थोरे। सारी वार्ता दा बयान करदा है जोधशाह अपनी घरवाली दे सामने। कहंदा कि तुरक ते बहुत ज्यादा सन, जिन्हां दी गिणती बहुत करनी औखी सी, पर कहंदा कि साडे वाले पासे उन्हां दे नाल लड़न दे वास्ते सूरमे थोड़े सन। रण करे मारे सकल कर जोरत छोरे। रण कर इम मारे सकल, पर रण करके रण भूमि दे विच सारियां तुरकां नूं मार दिता। कर जोरत छोरे, जिन्हां ने हथ जोड़े उन्हां नूं ही माफ कीता गया। इत्यादक पति ते सुनी मन आनंद पाई। जदों इस तरह की सारी वार्ता जोधशाह दी घरवाली ने अपने पति तो सुनी ते बहुत ही ज्यादा आनंदित हुई। बूझत अनक अकोर ले सतगुर टिगाई। सतगुरां दी सुख शांति दी खबर पुछ के बहुती सारी भेटा
ਸਤਿਗੁਰਾਂ ਦੇ ਕੋਲ ਲੈ ਕੇ ਜੋਤਸ਼ਾਹ ਦੀ ਘਰਵਾਲੀ ਪਹੁੰਚੀ। ਦੋਨੋਂ ਹਾਥਨ ਜੋਰ ਕਰ ਪਗ ਭਰ ਤਰ ਮਾਥਾ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਜੋਤਸ਼ਾਹ ਦੀ ਘਰਵਾਲੀ ਨੇ ਮੱਥਾ ਟੇਕਿਆ। ਦਰਸ਼ਨ ਤੇ ਹਰ ਖਤ ਪਈ ਸ਼ਰਧਾ ਔਰ ਸਾਥਾ। ਸਤਿਗੁਰਾਂ ਦਾ ਦਰਸ਼ਨ ਕਰਕੇ ਬੜੀ ਪ੍ਰਸੰਨ ਹੋਈ ਹੈ, ਬੜੀ ਖੁਸ਼ ਹੋਈ ਹੈ। ਹਿਰਦੇ ਦੇ ਵਿੱਚ ਬਹੁਤੀ ਜ਼ਿਆਦਾ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਸੀ। ਸਿੱਖ ਤਨ ਜਾ ਕੋ ਪ੍ਰੇਮ ਲਖ ਬਾਰੇ ਗੁਰੂ ਬਖਾਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖ ਲੜਕੀ ਨੂੰ ਦੇਖਿਆ ਤੇ ਜਦੋਂ ਉਸਦੇ ਮਨ ਦੇ ਪ੍ਰੇਮ ਨੂੰ ਦੇਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਸ ਜੋਤਸ਼ਾਹ ਦੀ ਘਰਵਾਲੀ ਨੂੰ ਵਰਦਾਨ ਦਿੱਤਾ। ਕਹਿੰਦੇ ਨੇ ਰਹੋ ਸੁਹਾਗਣ ਲੋਕ ਜੁਗ ਭੋਗੋ ਸੁਖ ਨਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਹਮੇਸ਼ਾ ਤੋਂ ਸੁਹਾਗਣ ਰਵੇਂਗੀ, ਇਸ ਲੋਕ ਦੇ ਸੁੱਖਾਂ ਨੂੰ ਤੇ ਪ੍ਰਲੋਕ ਦੇ ਸੁੱਖਾਂ ਨੂੰ ਭੋਗੇਂਗੀ। ਇਸ ਤਰ੍ਹਾਂ ਦਾ ਸਤਿਗੁਰਾਂ ਨੇ ਵਰਦਾਨ ਦਿੱਤਾ। ਗੁਰ ਸਿੱਖੀ ਮੋ ਮਨ ਰਹਿ ਪੁਰਵੈ ਔਰ ਆਸ਼ਾ ਸੰਕਟ ਨਾਨਾ ਪਾਤ ਕੇ ਤੁਮ ਤੇ ਹੋਏ ਨਾਸ਼ਾ। ਸਤਿਗੁਰਾਂ ਨੇ ਬਚਨ ਕੀਤਾ ਗੁਰ ਸਿੱਖੀ ਦੇ ਵਿੱਚ ਤੇਰਾ ਮਨ ਰਚਿਆ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਜਿੰਨੇ ਵੀ ਸੰਕਟ ਨੇ ਉਹ ਸਾਰੇ ਸੰਕਟ ਤੁਹਾਡੇ ਤੋਂ ਦੂਰ ਰਹਿਣਗੇ ਔਰ ਤੁਹਾਡੇ ਦੁੱਖਾਂ ਦਾ ਨਾਸ ਹੋਵੇਗਾ ਤੇ ਸੁੱਖਾਂ ਦਾ ਪ੍ਰਕਾਸ਼ ਹੋਵੇਗਾ। ਗੁਰ ਪ੍ਰਸੰਨ ਜਾਣਤ ਪਾਈ ਮਮ ਕੰਤ ਰਿਜਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸਨੇ ਜਾਣਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਨੇ, ਜਾਣਿਆ ਮਨ ਦੇ ਵਿੱਚ ਜੋਤਸ਼ਾਹ ਦੀ ਘਰਵਾਲੀ ਨੇ ਕਿ ਮੇਰੇ ਕੰਤ ਨੇ, ਮੇਰੇ ਪਤੀ ਨੇ ਰਣ ਭੂਮੀ ਦੇ ਵਿੱਚ ਸਤਿਗੁਰਾਂ ਦਾ ਸਾਥ ਦੇ ਕੇ ਸਤਿਗੁਰਾਂ ਨੂੰ ਰਿਝਾ ਲਿਆ ਹੈ, ਖੁਸ਼ ਕਰ ਲਿਆ। ਔਰ ਪ੍ਰਮੋਦ ਕਉ ਪਾਏ ਕੈ ਸ਼ੁਭ ਦਰਸ਼ਨ ਪਾਏ। ਪ੍ਰਮੋਦ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਦਰਸ਼ਨ ਉਸਨੇ ਨਸੀਬੀ ਪਾਏ। ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ। ਹੱਥ ਜੋੜ ਕੇ ਕਹਿੰਦੇ ਹੈ ਕਿ हे ਪ੍ਰਭੂ ਜੀ, हे ਸਤਿਗੁਰੂ ਜੀ, ਅਸੀਂ ਤੇ ਤੁਹਾਡੇ ਸੇਵਕ ਹਾਂ ਤੇ ਤੁਸੀਂ ਸੱਚੇ ਪਾਤਸ਼ਾਹ ਸਾਡੇ ਰਖਵਾਲੇ ਹੋ, ਸਾਡੇ ਰੱਖਿਅਕ ਹੋ। ਦੇਹੁ ਬੜਾਈ ਦਾਸ ਕੋ ਰਾਵਰ ਵਿਵਹਾਰੇ। ਕਹਿੰਦੀ ਹੈ ਕਿ ਤੁਸੀਂ ਆਪਣਿਆਂ ਦਾਸਾਂ ਨੂੰ ਹਮੇਸ਼ਾ ਵਡਿਆਈ ਦਿੰਦੇ ਹੋ, ਇਹ ਤੁਹਾਡਾ ਸਹਿਜ ਸੁਭਾਵ ਹੈ। ਕਾਰਨ ਕਰਨ ਸਮਰੱਥ ਹੋ ਜਿਵੇਂ ਚਾਹੋ ਬਣਾਵੋ। हे ਸੱਚੇ ਪਾਤਸ਼ਾਹ, ਦਰਅਸਲ ਕਾਰਨ ਤੇ ਕਰਨ ਤੁਸੀਂ ਆਪੇ ਹੋ, ਆਪੇ ਹੀ ਸਮਰੱਥ ਹੋ, ਜੋ ਚਾਹੁੰਦੇ ਹੋ ਸੋ ਕਰਦੇ ਹੋ। ਚਰਨ ਕਮਲ ਚਿਤ ਮੈਂ ਬਸੈ ਨਹੀਂ ਕਬੂ ਭੁਲਾਵੋ। ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ हे ਸੱਚੇ ਪਾਤਸ਼ਾਹ, ਤੁਹਾਡੇ ਜਿਹੜੇ ਚਰਨ ਕਮਲ ਨੇ ਉਹ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਵਸਦੇ ਰਹਿਣ, ਮੈਂ ਕਦੇ ਵੀ ਤੁਹਾਨੂੰ ਨਾ ਭੁੱਲਾਂ। ਇਹੀ ਸੱਚੇ ਪਾਤਸ਼ਾਹ ਮੈਨੂੰ ਵਰਦਾਨ ਦਿਓ। ਪੁਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਈ। ਨਿਜ ਸੇਵਾ ਕੀ ਸੇਵ ਸਕਲ ਹੀ ਸਭ ਬਿਦ ਪਹੁੰਚਾਈ। ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਪ੍ਰਣਾਮ ਕਰਕੇ, ਉਹਨਾਂ ਨੂੰ ਨਮਸਕਾਰ ਕਰਕੇ ਜੋਤਸ਼ਾਹ ਦੀ ਘਰਵਾਲੀ ਡੋਲੇ ਦੇ ਵਿੱਚ ਚੜ ਕੇ ਆਪਣੇ ਘਰ ਵਾਪਸ ਆ ਗਈ ਹੈ। ਨਿਸ ਕੀ ਸੇਵਾ ਸਕਲ ਹੀ ਸਭ ਬਿਦ ਪਹੁੰਚਾਈ। ਰਾਤ ਦੀ ਜਿੰਨੀ ਵੀ ਸੇਵਾ ਸੀ ਉਹ ਹਰ ਇੱਕ ਪ੍ਰਕਾਰ ਦੇ ਨਾਲ ਸਾਂਭੀ ਹੈ ਜੋਤਸ਼ਾਹ ਦੀ ਘਰਵਾਲੀ ਨੇ। ਮਦਰ ਤਰਸ਼ ਖਟ ਰਸਨ ਕੇ ਬਹੁ ਪਠੇ ਆਹਾਰਾ। ਮਿੱਠੇ ਖੱਟੇ ਲੂਣ ਵਾਲੇ ਹਰ ਇੱਕ ਪ੍ਰਕਾਰ ਦੇ ਜਿਹੜੇ ਭੋਜਨ ਸਨ ਉਹ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਸਿੱਖਾਂ ਦੇ ਛਕਣ ਦੇ ਵਾਸਤੇ ਜੋਤਸ਼ਾਹ ਦੀ ਘਰਵਾਲੀ ਨੇ ਭੇਜੇ। ਹਾਇਨ ਹੇਤ ਤ੍ਰਿਣ ਹਰਤ ਗਨ ਪਹੁੰਚੇ ਤਬ ਪਾਰਾ।
ਇਸ ਤੋਂ ਇਲਾਵਾ ਘੋੜਿਆਂ ਦੇ ਖਾਣ ਦੇ ਵਾਸਤੇ ਬਹੁਤੀਆਂ ਸਾਰੀਆਂ ਘਾਹ ਦੀਆਂ ਪੰਡਾਂ ਵੀ ਉਸਨੇ ਭੇਜ ਦਿੱਤੀਆਂ। ਕਰਤ ਸਰਾਹਣ ਸਤਿਗੁਰੂ ਸ਼ੁਭ ਅਚਿਓ ਯਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲੇ ਉਹਨਾਂ ਦਾ ਭੇਜਿਆ ਹੋਇਆ ਭੋਜਨ ਛਕਿਆ ਤੇ ਨਾਲੇ ਭੋਜਨ ਦੀ ਸ਼ਲਾਘਾ ਕੀਤੀ। ਤ੍ਰਿਪਤੇ ਪਾਣੀ ਪਾਣ ਕਰ ਪੁਣ ਪਾਣ ਪਖਾਰੇ। ਫਿਰ ਪਾਣੀ ਪੀਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨੂੰ ਧੋਤਾ। ਸੁਪਤ ਜਥਾ ਸੁਖ ਜਾਮਨੀ ਜਾਗੇ ਜਬ ਜਾਮੂ। ਰਾਤ ਦੇ ਵੇਲੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ। ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਜਾਗੇ। ਸੋਚ ਸ਼ਨਾਨ ਠਾਨ ਕਰ ਬ੍ਰਿਤੀ ਆਤਮ ਰਾਮੂ। ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿਜ ਆਤਮਾ ਦੇ ਵਿੱਚ ਆਪਣੀ ਬਿਰਤੀ ਨੂੰ ਇਕਾਗਰ ਕੀਤਾ। ਪਇਓ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਵਸਤਰ ਸਜਾਏ। ਸ਼ਾਸਤਰ ਸਿਪਰ ਕਟ ਧਾਰ ਕੇ ਵੱਡ ਸਭਾ ਲਗਾਏ। ਜਦੋਂ ਕਵੀ ਜੀ ਲਿਖਦੇ ਨੇ ਕਿ ਸੂਰਜ ਦਾ ਚੜਾ ਹੋਇਆ ਤੇ ਸਤਿਗੁਰਾਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ। ਸਤਿਗੁਰਾਂ ਨੇ ਇੱਕ ਢਾਲ ਨੂੰ ਆਪਣੇ ਮੋਢੇ ਤੇ ਟਿਕਾਇਆ ਹੈ ਤੇ ਕੱਟ ਦੇ ਵਿੱਚ ਪਾਵ ਕੇ ਆਪਣੇ ਗਾਤਰੇ ਵੱਡੀ ਤਲਵਾਰ ਸਜਾਈ। ਵੱਡੀ ਸਭਾ ਲਾ ਕੇ ਸਤਿਗੁਰੂ ਜੀ ਸਭਾ ਦੇ ਵਿੱਚ ਬਹਿ ਗਏ। ਪੁਰ ਕੀ ਗ੍ਰਾਮਣ ਅਨਕ ਕੀ ਸੁਣ ਸੰਗਤ ਆਈ। ਉਸ ਪਿੰਡ ਦੀ ਕਾਂਗੜਪੁਰ ਦੀ ਤੇ ਲਾਗੇ ਲਾਗੇ ਹੋਰ ਵੀ ਜਿੰਨੇ ਪਿੰਡ ਸਨ, ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ। ਦੁਗਧ ਦਹੀ ਕ੍ਰਿਤ ਆਦ ਗਨ ਉਪਹਾਰਨ ਲਿਆਈ। ਸੰਗਤਾਂ ਦੇ ਵੱਲੋਂ ਬਹੁਤਾ ਸਾਰਾ ਦੁੱਧ, ਦਹੀਂ ਤੇ ਘਿਓ ਆਦਿਕ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀਆਂ ਗਈਆਂ। ਚਾਮਰ ਚਾਰ ਮਰਾਲ ਸਮ ਟੁਰ ਤੋਂ ਦੁੱਤ ਪਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਇੱਕ ਬਹੁਤ ਹੀ ਸੁੰਦਰ ਚੌਰ ਜਿਹੜਾ ਕਿ ਚਿੱਟੇ ਹੰਸ ਦੀ ਤਰ੍ਹਾਂ ਚਿੱਟਾ ਸੀ, ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਿਹਾ ਸੀ ਸਿੱਖ ਦੇ ਵੱਲੋਂ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਭਾ ਨੂੰ ਵਧਾ ਰਿਹਾ ਸੀ। ਖਰੇ ਹਜ਼ਾਰੋਂ ਜੋਰ ਕਰ ਸਿਰੀ ਮੁਖ ਦਰਸਾਵੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੱਥ ਜੋੜ ਜੋੜ ਕੇ ਖੜੇ ਸਨ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਸਨ। ਚਾਂਦ ਮਨੋਰਿਤ ਸਰਦ ਕੋ ਉਡਗਣ ਮੈਂ ਸੋ ਹੈ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੀ ਸੋਭਾ ਪਾ ਰਹੇ ਸਨ ਲੱਗੀ ਹੋਈ ਸਭਾ ਦੇ ਵਿੱਚ ਬੈਠੇ ਹੋਏ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸਰਦੀ ਦੀ ਰਿਤੂ ਦਾ ਚੰਦਰਮਾ ਬਹੁਤਿਆਂ ਸਾਰਿਆਂ ਤਾਰਿਆਂ ਦੇ ਸਮੇਤ ਰਾਤ ਦੇ ਵੇਲੇ ਸੋਭਾ ਪਾਉਂਦਾ ਹੈ, ਇਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਸੋਭਾ ਸੀ। ਐਸੋ ਕੌਣ ਕਠੋਰ ਨਰ ਪਿਖ ਨਹੀਂ ਮਨ ਮੋਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਕੋਈ ਵੀ ਕਠੋਰ ਸਖਤ ਮਨ ਦਾ ਮਨੁੱਖ ਨਹੀਂ ਹੋਵੇਗਾ ਕਿ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਮੋਹਿਤ ਨਹੀਂ ਹੋ ਰਿਹਾ ਹੋਵੇਗਾ। ਸਾਧੂ ਰੂਪਾ ਪਿਤਾ ਸੁਤ ਦੋਨੋਂ ਚੱਲ ਆਏ। ਉਸ ਵੇਲੇ ਭਾਈ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤਰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ। ਤਾਰੇ ਕੋਰੇ ਆਗੇ ਪ੍ਰਭੂ ਪਾਇਨ ਲਪਟਾਏ। ਆਪਣੇ ਵਿੱਤ ਦੇ ਮੁਤਾਬਕ ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ। ਕੁਸ਼ਲ ਪ੍ਰਸ਼ਨ ਕਰਕੇ ਪਲੇ ਪੇਖਤ ਹਰ ਖਾਨੇ ਸਿੱਖ ਆਪਣੇ ਜਾਣ ਕਰ ਨੀਕੇ ਸਨ ਮਾਨੇ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਦੇ ਸੁੱਖ ਸਾਂਦ ਦੀ ਸਤਿਗੁਰਾਂ ਨੇ ਖਬਰ ਪੁੱਛੀ ਹੈ। ਸਤਿਗੁਰੂ ਜੀ ਵੇਖ ਕੇ ਉਹਨਾਂ ਨੂੰ ਖੁਸ਼ ਹੋਏ ਨੇ ਤੇ ਉਹ ਸਤਿਗੁਰਾਂ ਦਾ ਦਰਸ਼ਨ ਕਰਕੇ ਆਨੰਦਿਤ ਹੋਏ ਨੇ। ਸਿੱਖ ਆਪਣੇ ਜਾਣ ਕਰ ਨੀਕੇ ਸਨਮਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣਾ ਸਿੱਖ ਜਾਣ ਕੇ ਸਤਿਗੁਰਾਂ ਨੇ ਦੋਵਾਂ ਦਾ ਬੜਾ ਸਨਮਾਨ ਕੀਤਾ, ਭਾਈ ਸਾਧੂ ਦਾ ਤੇ ਭਾਈ ਰੂਪੇ ਦਾ। ਪ੍ਰਭ ਜੀ ਮਾਨਵ ਮੰਦ ਮਤ ਜਾਨ ਨਹੀਂ ਪੇਵਾ, ਸਮਤਾ ਚਾਹਤ ਆਪਸੋਂ ਤੁਮ ਦੇਵਨ ਦੇਵਾ। ਹੱਥ ਜੋੜ ਕੇ ਉਹਨਾਂ ਨੇ ਅਰਜ਼ ਕੀਤੀ ਹੈ ਕਿ हे ਪ੍ਰਭੂ ਜੀ, हे ਸਤਿਗੁਰੂ ਜੀ, ਜਿਹੜੇ ਮੰਦ ਮਤੀ ਵਾਲੇ ਮਨੁੱਖ ਨੇ ਉਹ ਸੱਚੇ ਪਾਤਸ਼ਾਹ ਤੁਹਾਡੇ ਭੇਦ ਨੂੰ ਨਹੀਂ ਜਾਣਦੇ। ਸੱਚੇ ਪਾਤਸ਼ਾਹ ਐਸੇ ਜਿਹੜੇ ਖੋਟੀ ਬੁੱਧੀ ਵਾਲੇ ਪੁਰਸ਼ ਨੇ ਉਹ ਤੁਹਾਡੀ ਸਮਾਨਤਾ ਕਰਨੀ ਚਾਹੁੰਦੇ ਨੇ, ਤੁਹਾਡੀ ਬਰਾਬਰੀ ਕਰਨਾ ਚਾਹੁੰਦੇ ਨੇ। ਤੁਮ ਦੇਵਨ ਦੇਵਾ, ਪਰ हे ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਕੋਈ ਕਿਵੇਂ ਕਰ ਸਕਦਾ ਹੈ, ਕਿਉਂਕਿ ਤੁਸੀਂ ਦੇਵਤਿਆਂ ਦੇ ਦੇਵਤੇ ਹੋ। ਨਹੀਂ ਸਹਾਰੈ ਸੁਰਾ ਸੁਰ ਰਣ ਖੇਤ ਮਝਾਰੇ, ਕੌਣ ਤੁਰਕ ਗਣ ਬਾਪੁਰੇ ਜੇ ਥਿਰੈ ਆਗਾਰੇ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਕੋਈ ਕਿਵੇਂ ਕਰ ਸਕਦਾ ਹੈ, ਕਿਉਂਕਿ ਕੋਈ ਵੀ ਦੈਂਤ ਤੇ ਕੋਈ ਵੀ ਦੇਵਤਾ ਤੁਹਾਡੇ ਸਾਹਮਣੇ ਰਣ ਭੂਮੀ ਦੇ ਵਿੱਚ ਠਹਿਰ ਨਹੀਂ ਸਕਦਾ। ਤੇ ਸੱਚੇ ਪਾਤਸ਼ਾਹ ਇਹਨਾਂ ਤੁਰਕਾਂ ਵਿਚਾਰਿਆਂ ਦੀ ਕੀ ਔਕਾਤ ਸੀ ਕਿ ਤੁਹਾਡੇ ਸਾਹਮਣੇ ਠਹਿਰ ਸਕਦੇ। ਇਸੇ ਕਰਕੇ ਸੱਚੇ ਪਾਤਸ਼ਾਹ ਸਾਰੇ ਹਾਰ ਕੇ ਦੌੜ ਗਏ। ਸ੍ਰੀ ਹਰਿ ਗੋਬਿੰਦ ਕਹਿਤ ਪੇ ਹੈ ਨਾਮ ਸੁਹੇਲਾ, ਰਹਿਓ ਜੰਗ ਮੈਂ ਸ਼ਤਰ ਹੱਥ ਬਹੁ ਕਾਵਨ ਮੇਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਾਡਾ ਇੱਕ ਘੋੜਾ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਗਿਆ, ਜਿਸ ਦਾ ਨਾਮ ਸੁਹੇਲਾ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗ ਦੇ ਵਿੱਚ ਉਹਨੂੰ ਬਹੁਤੇ ਹੀ ਜ਼ਿਆਦਾ ਘਾਵ ਲੱਗੇ ਤੇ ਉਹਨਾਂ ਘਾਵਾਂ ਦੇ ਨਾਲ ਹੀ ਉਹ ਮਰ ਗਏ। ਸੁਣ ਤੇ ਜੋਧ ਕਰ ਜੋਰ ਕਹਿ, ਸਨ ਮੁਖ ਰਣ ਮਾਹੀ, ਤੁਮਰੇ ਚਰਨ ਸਪਰਸ਼ ਤੇ ਹੋਏ ਪ੍ਰਾਣ ਬਿਨਾਹੀ। ਜਦੋਂ ਸਤਿਗੁਰਾਂ ਨੇ ਸੁਹੇਲੇ ਘੋੜੇ ਦਾ ਜ਼ਿਕਰ ਕੀਤਾ, ਲਾਗੋਂ ਹੀ ਜੋਧਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਰਣ ਦੇ ਵਿੱਚ, ਜੰਗ ਦੇ ਵਿੱਚ ਸਾਹਮਣੇ ਵੈਰੀ ਦੇ ਹੋ ਕੇ ਉਹਨੇ ਆਪਣੇ ਪ੍ਰਾਣਾਂ ਦਾ ਤਿਆਗ ਕੀਤਾ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਤੁਹਾਨੂੰ ਆਪਣੇ ਉੱਤੇ ਸਵਾਰੀ ਕਰਾਉਣ ਦਾ ਉਸਨੇ ਮਾਣ ਹਾਸਲ ਕੀਤਾ। ਇਸੇ ਤਰੀਕੇ ਦੇ ਨਾਲ ਉਹ ਸ਼ਹਾਦਤ ਨੂੰ ਪ੍ਰਾਪਤ ਹੋਇਆ। ਉੱਤਮ ਪਦ ਪ੍ਰਾਪਤ ਪਇਓ ਤਿਨ ਤਨ ਮਹਾਨਾ, ਵੱਡੇ ਭਾਗ ਪੂਰਬ ਹੋਤੇ ਨਹੀਂ ਆਨ ਸਮਾਨਾ। ਜੋਤਸ਼ਾਹ ਨੇ ਆਖਿਆ ਕਿ ਉਸ ਘੋੜੇ ਨੂੰ ਜ਼ਰੂਰ ਉੱਚੀ ਪਦਵੀ ਦੀ ਪ੍ਰਾਪਤੀ ਹੋਵੇਗੀ, ਉਹ ਤੇ ਤਨਤਾ ਦੇ ਯੋਗ ਮਹਾਨ ਹੋ ਗਿਆ ਹੈ। ਵੱਡੇ ਭਾਗ ਪੂਰਬ ਹੋਤੇ ਨਹੀਂ ਆਣ ਸਮਾਨਾ, ਉਹਦੇ ਤੇ ਬਹੁਤ ਵੱਡੇ ਭਾਗ ਸਨ ਜਿਹੜਾ ਕਿ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਿਆ। ਉਸ ਘੋੜੇ ਵਰਗਾ ਤੇ ਸੱਚੇ ਪਾਤਸ਼ਾਹ ਹੋਰ ਕੋਈ ਘੋੜਾ ਹੋ ਹੀ ਨਹੀਂ ਸਕਦਾ। ਵਿਧੀ ਚਾਂਦ ਸੁਣ ਕਹਿ ਕਹਿਓ, ਵਿਚਰਨ ਦੁੱਖ ਭਾਰੀ, ਰਾਵਰ ਬਾਕਣ ਤੇ ਮਿਟਿਓ ਸ਼ਾਂਤੀ ਮਨ ਤਾਰੀ। ਲਾਗੋਂ ਹੀ ਭਾਈ ਵਿਧੀ ਚੰਦ ਨੇ ਆਖਿਆ ਕਿ ਸੁਹੇਲੇ ਦੀ ਮੌਤ ਦੇ ਕਾਰਨ ਦੂਸਰਾ ਜਿਹੜਾ ਜਾਣ ਭਾਈ ਘੋੜਾ ਹੈ, ਭਾਵੇਂ ਕਿ ਬਹੁਤ ਜ਼ਿਆਦਾ ਵਿਛੋੜੇ ਦੇ ਕਾਰਨ ਦੁਖੀ ਹੋ ਗਿਆ ਸੀ, ਪਰ ਇਹ ਸੱਚੇ ਪਾਤਸ਼ਾਹ ਤੁਸੀਂ ਪਵਿੱਤਰ ਬਚਨ ਉਸ ਦੇ ਨਾਲ ਕੀਤੇ ਨੇ। ਤੁਹਾਡੇ ਬਚਨਾਂ ਨੂੰ ਸੁਣ ਕੇ ਉਸ ਘੋੜੇ ਨੇ ਮਨ ਦੇ ਵਿੱਚ ਸ਼ਾਂਤੀ ਨੂੰ ਧਾਰਨ ਕਰ ਲਿਆ। ਜੇ ਕਰ ਹੋ ਤੋ ਅਪਰ ਟਿਗ, ਇੱਕ ਕੇ ਮਰ ਜਾਣੇ, ਦੋਨੋਂ ਮਰਤੇ ਰਹਿਤ ਨਹੀਂ ਅਸ ਪ੍ਰੇਮ ਮਹਾਨੇ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਤੋਂ ਬਗੈਰ ਕਿਸੇ ਹੋਰ ਦੇ ਕੋਲ ਇਹ ਦੋ ਘੋੜੇ ਹੁੰਦੇ ਤੇ ਜੇ ਦੋਵਾਂ ਦੇ ਵਿੱਚੋਂ ਇੱਕ ਘੋੜਾ ਮਰ ਜਾਂਦਾ ਤੇ ਪ੍ਰੇਮ ਇਹਨਾਂ ਦੋਵਾਂ ਦਾ ਇੰਨਾ ਗੂੜਾ ਸੀ ਕਿ ਦੂਸਰੇ ਨੇ ਆਪਣੇ ਆਪ ਹੀ ਮਰ ਜਾਣਾ ਸੀ। ਸੱਚੇ ਪਾਤਸ਼ਾਹ ਇਹ ਤੁਹਾਡੀ ਕਿਰਪਾ ਹੈ, ਤੁਹਾਡੀ ਬਰਕਤ ਹੈ
ਕਿ ਦੋਵੇਂ ਘੋੜੇ ਤੁਹਾਡੇ ਕੋਲ ਨੇ, ਜੇਕਰ ਇੱਕ ਘੋੜਾ ਮਰ ਵੀ ਗਿਆ ਤੇ ਤਾਂ ਵੀ ਤੁਹਾਡੇ ਧੀਰਜ ਦੇਣ ਦੇ ਨਾਲ ਦੂਸਰਾ ਘੋੜਾ ਸਲਾਮਤ ਹੈ। ਪਰ ਜੇਕਰ ਕਿਤੇ ਹੋਰ ਹੁੰਦੇ ਘੋੜੇ, ਇੱਕ ਮਰ ਜਾਂਦਾ, ਵਿਛੋੜਾ ਪੈ ਜਾਂਦਾ ਦੂਸਰੇ ਨੂੰ, ਤੇ ਦੂਸਰੇ ਨੇ ਵੀ ਬਚਣਾ ਨਹੀਂ ਸੀ। ਜਾਤੀ ਮਲਕ ਬਖਾਨ ਤੋ ਇਨ ਸਮ ਨਹੀਂ ਆਨਾ, होते उचते आप के तुम महद महाना। ਲਾਗੋਂ ਹੀ ਜਾਤੀ ਮਲਕ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਇਹਨਾਂ ਘੋੜਿਆਂ ਦੀ ਬਰਾਬਰੀ ਦਾ ਵਾਕਿਆ ਹੀ ਹੋਰ ਕੋਈ ਨਹੀਂ ਹੈ। ਹੋਤੇ ਉਚਤੇ ਹੈ ਆਪ ਕੇ ਤੁਮ ਮਹਿਦ ਮਹਾਨਾ, ਇਹ ਤੁਹਾਡੇ ਹੀ ਲਾਇਕ ਸਨ, ਇਸੇ ਕਰਕੇ ਤੁਹਾਡੇ ਹੀ ਚਰਨਾਂ ਦੇ ਵਿੱਚ ਪਹੁੰਚੇ। ਇਤਿਆਦ ਕਰਨ ਬਾਰਤਾ ਮਾਰਨ ਤੁਰ ਕਾਨੇ, ਕਹਿਤ ਸੁਣਤ ਬੀਤੀ ਜਥਾ ਸੁਣ ਸੁਣ ਬਿਸ ਮਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤੀਆਂ ਸਾਰੀਆਂ ਕਥਾਵਾਂ ਸਨ, ਉਹਨਾਂ ਨੂੰ ਕਹਿੰਦੇ ਰਹੇ ਤੇ ਆਪਸ ਦੇ ਵਿੱਚ ਸੁਣਦੇ ਰਹੇ। ਇਸੀ ਰੀਤ ਤ੍ਰੈ ਜਾਮਣੀ ਗੁਰ ਤਹਾਂ ਬਿਤਾਈ, ਚੌਥੇ ਦਿਨ ਤਹ ਤੇ ਚੜੇ ਬੜ ਧੁੰਦ ਬਵਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 3 ਰਾਤਾਂ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉੱਥੇ ਬਤੀਤ ਕੀਤੀਆਂ। ਜਦੋਂ ਚੌਥੇ ਦਿਨ ਦਾ ਚੜ੍ਹਾਅ ਹੋਇਆ ਤੇ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਨਗਾਰੇ ਦੀ ਚੋਟ ਦੇ ਨਾਲ ਉੱਥੋਂ ਚੱਲ ਪਏ। ਹਿਤ ਅਖੇਰ ਕੇ ਗਮਨ ਕੀਆ, ਗਨ ਚਮੂ ਪਿਆਨੀ, ਸੰਗ ਜੋਧ ਚੜ ਕਰ ਚਲਿਓ ਹਿਤ ਸੇਵ ਮਹਾਨੀ। ਸ਼ਿਕਾਰ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਫੌਜ ਦੇ ਨਾਲ ਚੱਲ ਪਏ ਨੇ। ਜੋਧਸ਼ਾਹ ਵੀ ਸਤਿਗੁਰਾਂ ਦੇ ਨਾਲ ਹੀ ਸੇਵਾ ਕਰਨ ਦੇ ਵਾਸਤੇ ਚੱਲਿਆ। ਕਿਤਕ ਕੋਸ ਲੋ ਚੱਲ ਗਏ ਫਿਰ ਕਰ ਮਨ ਭਾਇਓ, ਡੇਰਾ ਕੀਨਸ ਤਿਸੀ ਥਲ ਪਿਖ ਥਾਨ ਸੁਹਾਇਓ। ਕਾਫੀ ਕੋਹਾਂ ਦੀ ਦੂਰੀ ਤੱਕ ਸਤਿਗੁਰੂ ਜੀ ਇਸੇ ਤਰੀਕੇ ਦੇ ਨਾਲ ਫਿਰੇ ਤੇ ਫਿਰ ਇੱਕ ਚੰਗੀ ਜਗ੍ਹਾ ਨੂੰ ਦੇਖ ਕੇ ਸਤਿਗੁਰਾਂ ਨੇ ਉੱਥੇ ਡੇਰਾ ਲਾ ਲਿਆ। ਉੱਤਰ ਤੁਰੰਗ ਤੇ ਖਰੇ ਹੋਏ, ਕਿਛ ਪਟ ਟਿਗ ਆਏ, ਜੋਧ ਰਾਏ ਸੋ ਬਾਤ ਕਹਿ ਸ੍ਰੀ ਮੁਖ ਬਿਕਸਾਏ। ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਘੋੜੇ ਤੋਂ ਥੱਲੇ ਉਤਰ ਕੇ ਖਲੋਤੇ ਨੇ। ਥੋੜੇ ਬਹੁਤੇ ਸਤਿਗੁਰਾਂ ਦੇ ਸਿੱਖ ਵੀ ਸਤਿਗੁਰਾਂ ਦੇ ਲਾਗੇ ਖਲੋਤੇ ਸਨ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਜੋਧ ਰਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਰ ਰਿਹਾ ਸੀ। ਇੱਕ ਅਜਗਰ ਪਾਰੀ ਮਹਾ ਨਿਕਸਿਓ ਮੁਖ ਬਾਏ, ਦਾਰਨ ਦੀਰਗ ਦੁਖੀ ਬਹੁ ਗਮਨਤ ਫੁੰਕਰਾਏ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੋਂ ਹੀ ਇੱਕ ਬਹੁਤ ਵੱਡਾ ਅਜਗਰ ਸੱਪ ਨਿਕਲਿਆ ਹੈ। ਮੁਖ ਬਾਏ ਕਹਿਣ ਤੋਂ ਭਾਵ ਹੈ ਕਿ ਮੂੰਹ ਅੱਡ ਕੇ ਉਹ ਅਗਾਂਹ ਵਧਿਆ ਹੈ। ਦਾਰਨ ਦੀਰਘ ਦੁਖੀ ਬਹੁ ਗਮਨਤ ਫੁੰਕਰਾਏ, ਫੁੰਕਾਰੇ ਮਾਰਦਾ ਸੀ, ਬਹੁਤ ਭਿਆਨਕ ਸੀ ਤੇ ਲੱਗਦਾ ਸੀ ਕਿ ਬਹੁਤ ਜ਼ਿਆਦਾ ਦੁਖੀ ਵੀ। ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ, ਨੀਠ ਨੀਠ ਹੀ ਚਲਤ ਹੈ ਚਿਤ ਮ੍ਰਿਤੂ ਚਾਹੰਤਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਹੀ ਉਹ ਆ ਰਿਹਾ ਸੀ, ਬੜੀ ਟੇਢੀ ਚਾਲ ਦੇ ਨਾਲ, ਮਸਾਂ ਮਸਾਂ ਹੀ ਚੱਲਦਾ ਸੀ। ਹੈ ਚਿਤ ਮ੍ਰਿਤੂ ਚਾਹੰਤਾ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਪਣੀ ਮੌਤ ਨੂੰ ਉਡੀਕ ਰਿਹਾ ਹੋਵੇ। ਪਟ ਦੌਰੇ ਤੇ ਬਰਜ ਕੇ ਕੋ ਚਾਹਤ ਪ੍ਰਹਾਰਾ, ਸਤਿਗੁਰ ਕਿਰਪਾ ਨਿਧਾਨ ਤਬ ਬਚੇ ਊਚ ਉਚਾਰਾ। ਜਦੋਂ ਸਾਹਮਣੇ ਅਜਗਰ ਸੱਪ ਤੁਰਿਆ ਆ ਰਿਹਾ ਦੇਖਿਆ ਸਿੱਖਾਂ ਨੇ ਤੇ ਕਵੀ ਜੀ ਲਿਖਦੇ ਨੇ ਕਿ ਉਸ ਨੂੰ ਰੋਕਣ ਦੇ ਵਾਸਤੇ ਬਹੁਤੇ ਸਾਰੇ ਸਤਿਗੁਰਾਂ ਦੇ ਸੂਰਮੇ ਉਹਦੇ ਅੱਗੇ ਵਧੇ ਨੇ। ਇਸ ਤੋਂ ਇਲਾਵਾ ਕਈਆਂ ਨੇ ਉਸ ਨੂੰ ਮਾਰਨ ਦੀ ਵੀ ਚਾਹ ਕੀਤੀ। ਸਤਿਗੁਰ ਕਿਰਪਾ ਨਿਧਾਨ ਤਬ ਬਾਚੇ ਊਚ ਉਚਾਰਾ। ਜਦੋਂ ਸਤਿਗੁਰਾਂ ਦੇ ਸੂਰਮੇ ਉਹਨੂੰ ਵਰਜਣ ਦੇ ਵਾਸਤੇ, ਰੋਕਣ ਦੇ ਵਾਸਤੇ ਜਾਂ ਮਾਰਨ ਦੇ ਵਾਸਤੇ ਅੱਗੇ ਵਧੇ
ਤੇ ਸਤਿਗੁਰਾਂ ਨੇ ਉਸੇ ਵੇਲੇ ਸਾਰਿਆਂ ਨੂੰ ਉੱਚੀ ਆਵਾਜ਼ ਦੇ ਨਾਲ ਰੋਕ ਦਿੱਤਾ। ਕਹਿੰਦੇ ਨੇ ਹਟ ਕੋ ਨਹੀਂ ਪਰ ਹਾਰੀਐ ਆਵਣ ਇਤ ਦੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੂੰ ਨਾ ਵਰਜੋ, ਉਸ ਨੂੰ ਨਾ ਰੋਕੋ ਤੇ ਨਾ ਹੀ ਕੋਈ ਉਸ ਨੂੰ ਮਾਰਨ ਦੇ ਵਾਸਤੇ ਪ੍ਰਹਾਰ ਕਰੇ। ਆਵਣ ਇਤ ਦੀਜੈ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵਾਲੇ ਪਾਸੇ ਆ ਰਿਹਾ ਹੈ, ਇਸ ਕਰਕੇ ਇਹਨੂੰ ਅੱਗੇ ਆਉਣ ਦੇ। ਦੂਰ ਦੂਰ ਸਭ ਖਰੇ ਹੋਏ ਆਵੀ ਲੋਕਣ ਕੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਪਿਛਾਂ ਦੂਰ ਦੂਰ ਹਟ ਕੇ ਖਲੋ ਜਾਵੋ, ਸਾਡੇ ਵੱਲ ਆ ਰਿਹਾ, ਤੁਸੀਂ ਆਵੋ ਤੇ ਦੇਖੋ। ਅਚਰਜ ਹੇਰਨ ਹੇਤ ਤਬ ਹੋਏ ਥਿਰ ਸਾਰੇ ਮੰਦ ਮੰਦ ਅਜਗਰ ਚਲੈ ਸ੍ਰੀ ਗੁਰੂ ਆਗਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੈਰਾਨਗੀ ਵਾਲੀ ਦਸ਼ਾ ਦੇ ਵਿੱਚ ਹੋ ਕੇ ਸਾਰੇ ਦੇ ਸਾਰੇ ਦੂਰ ਖਲੋ ਕੇ ਦੇਖ ਰਹੇ ਨੇ। ਬੜਾ ਹੌਲੀ ਹੌਲੀ ਧੀਮੀ ਗਤੀ ਦੇ ਨਾਲ ਜਿਹੜਾ ਅਜਗਰ ਸੱਪ ਹੈ ਉਹ ਸਤਿਗੁਰਾਂ ਦੇ ਸਾਹਮਣੇ ਆ ਰਿਹਾ। ਖਰੇ ਰਹੇ ਨਿਸਚਲ ਸਕਲ ਨੇਰੇ ਤਬ ਆਇਓ ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕ ਸਾਇਓ। ਕਵੀ ਜੀ ਲਿਖਦੇ ਨੇ ਸਾਰੇ ਨਿਸ਼ਚਲ ਖਲੋਤੇ ਸਨ, ਭਾਵ ਕੇ ਹਿੱਲਣ ਡੁੱਲਣ ਤੋਂ ਬਗੈਰ ਸਾਰੇ ਖਲੋਤੇ ਸਨ। ਇੰਨੇ ਚਿਰ ਨੂੰ ਸੱਪ ਅਜਗਰ ਸਤਿਗੁਰਾਂ ਦੇ ਲਾਗੇ ਆ ਗਿਆ। ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕ ਸਾਇਓ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਚਰਨ ਨੂੰ ਆਪਣੀ ਜੁੱਤੀ ਦੇ ਵਿੱਚੋਂ ਬਾਹਰ ਕੱਢਿਆ। ਦਾਹਣ ਅੰਗੁਸ਼ਟ ਉਠਾਏ ਕਰ तेह शीस छुहायो पतत पुनीत को परस बहु पाप मिटायो। कवि जी लिखते ने कि जदों ही अजगर सप सतगुरां दे बिल्कुल लागे पहुंचा, सतगुरां ने जेड़ा जोड़े दे विचों अपना चरण बाहर कढ़िया सी, ओदा चरण दा अंगूठा सतगुरां ने उस अजगर सप दे सिर दे उत्ते ला दिता। पतत पुनीत को परस बहु पाप मिटायो। कवि जी लिखते ने कि मानो पवित्र चरण सतगुरां दा लगन दे नाल ओदे जिन्ने भी सारे पाप सन वो मिट गए। अपने पापां तो मानो कि ओ जिहड़ा सर्प सेना वो मुक्त हो गए। भगन शीस पाय उदर लग मर गा तत काला। कवि जी लिखते ने कि सिर्फ ओदे पाप ही दूर नहीं होए, सतगुरां दा चरण लगन दी देर सी कि सिर तो लैके पेट तक वो दो फाड़ हो के डिग पिया। इसे तरीके दे नाल उस दी मौत हो गई। कवि करतार सिंह जी कलास वालीए इस घटना नूं इस तरीके दे नाल अपनी सरल कविता दे विच बयान करदे ने। एक दिन सतगुरु शिकार गए विच जंगल सर्प दुखियार डिठा, बड़ी दे भारी दुखी बहुत होया, कीड़े पए हुए खरा लाचार डिठा। दे छुट गई उस दी वक्त उसे जदों गुरां ने नजर पसार डिठा, होया जोध हैरान करतार सिंगा, गुरां वल ओने दया तार डिठा। कवि करतार सिंह जी कलास वाले लिखते ने अजगर सप की मौत हो गई, सिर तो लैके पेट तक वो सारे दा सारा फट गया। कमल लात बिच किरम लग काट तिनत जाला। दरअसल दुखी इस करके सी क्योंकि उसके अंदरले पासे शरीर दे बहुते सारे किरम कीड़े पै चुके सन, जेड़े कि हमेशा ही उसनों कट कट के अंदरों खांदे रहिंदे सन। अंतर ते पूरन हो तो आम खतिस खाते, सदा देत संकट अदक बस चले न जाते। कवि संतोख सिंह जी लिखते ने अंदरों पूरे दा पूरा पूर्ण सी, भाव के कीड़ियां दे नाल अंदरों सप भरिया होया सी, जेड़े छोटे छोटे कीड़े हमेशा ही उस दे मांस नूं अंदरों नोच नोच के खांदे रहिंदे सन। इस करके हमेशा उन्हां दे कोलों दुखी रहिंदा सी। उस सप दा अजगर दा कोई भी वस उन्हां दे उत्ते चलदा नहीं सी।
निकट खरे सब देखते, सुन पहुँचे ताए। विधि चंद अर जोध आद और मैं बिसमाए। ਜਦੋਂ ਸੱਪ ਇਸ ਤਰੀਕੇ ਦੇ ਨਾਲ ਮਰਿਆ ਤੇ ਦੌੜ ਕੇ ਭਾਈ ਵਿਧੀ ਚੰਦ ਜੀ, ਭਾਈ ਜੋਧ ਸ਼ਾਹ ਜੀ ਤੇ ਹੋਰ ਸਤਿਗੁਰਾਂ ਦੇ ਜਿਹੜੇ ਮੁਖੀ ਸੇਵਕ ਸਨ ਉਹ ਸਤਿਗੁਰਾਂ ਦੇ ਲਾਗੇ ਪਹੁੰਚੇ। ਬੂਝਨ ਕੀਨੇ ਜੋਰ ਕਰ ਅਹੀ ਇਹ ਕਿਮ ਆਇਓ, ਚਰਨ ਛੁਬਤ ਹੀ ਆਪ ਕੋ ਨਿਤ ਤਨ ਮੁਕਤਾਇਓ। ਜੋਧ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜਾ ਸਰਪ ਸੀ ਇਹ ਕਿਵੇਂ ਤੇ ਕਿੱਥੋਂ ਆਇਆ? ਤੁਹਾਡੇ ਚਰਨ ਛੂਹਣ ਦੇ ਨਾਲ ਹੀ ਇਹ ਕਿਸ ਤਰੀਕੇ ਦੇ ਨਾਲ ਮਰ ਕੇ ਮੁਕਤ ਹੋ ਗਿਆ। ਪਾਰੇ ਕਿਰਮ ਕਿਮ ਕਾਨੇ ਤਨ ਇਹ ਅਚਰਜ ਜੋਵਾ, ਕਿਹ ਕਲ ਮਲ ਕੇ ਕਰੇ ਤੇ ਇਮ ਦੁਖ ਫਲ ਹੋਵਾ। ਜੋਧ ਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਇਹਦੇ ਸਰੀਰ ਦੇ ਵਿੱਚ ਕੀੜੇ ਕਿਵੇਂ ਪਏ ਹੋਏ ਸਨ? ਇਹ ਕਿਰਮ ਕਿਉਂ ਇਹਦੇ ਤਨ ਨੂੰ ਖਾ ਕੇ ਦੁਖੀ ਕਰ ਰਹੇ ਸਨ? ਇਹ ਬੜੀ ਹੈਰਾਨਗੀ ਦੀ ਗੱਲ ਹੈ। ਕਹਿੰਦਾ ਕਿ ਕਿਹੜੇ ਐਸੇ ਵੱਡੇ ਪਾਪ ਇਸ ਅਜਗਰ ਨੇ ਕੀਤੇ ਸਨ ਕਿ ਇਸ ਤਰ੍ਹਾਂ ਦਾ ਦੁੱਖਾਂ ਵਾਲਾ ਫਲ ਇਸ ਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਗੱਲ ਦੀ ਜਾਣਕਾਰੀ ਦਿਓ। ਉਸ ਵੇਲੇ ਜੋਧ ਸ਼ਾਹ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ। ਹੱਥ ਜੋੜ ਕੇ ਬੇਨਤੀ ਜੋਧ ਕਰਦਾ, ਹੈ ਸੀ ਬੜੀ ਪੁਰਾਣੀ ਅਸਰਾਲ ਗੁਰ ਜੀ। ਜਿਉਂਦੇ ਤਨ ਕੀੜੇ ਇਹਦੇ ਪਏ ਕਾਨੂੰ, ਡਿਠਾ ਬੁਰਾ ਮੰਦਾ ਇਹਦਾ ਹਾਲ ਗੁਰ ਜੀ। ਕਿਸੇ ਜਨਮ ਦੇ ਕਰਮ ਦੀ ਗਤੀ ਇਹ ਵੀ, ਦੁੱਖ ਕਦੋਂ ਦਾ ਸੀ ਰਿਹਾ ਜਾਲ ਗੁਰ ਜੀ। ਅੰਤਰਯਾਮੀ ਹੋ ਆਪ ਕਰਤਾਰ ਸਿੰਘਾ, ਦੱਸੋ ਇਸ ਦਾ ਫੋਲ ਅਹੀਵਾਲ ਗੁਰ ਜੀ। ਜੋਧ ਸ਼ਾਹ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਅੰਤਰਜਾਮੀ ਹੋ, ਦੱਸੋ ਇਹਦੀ ਇਸ ਤਰ੍ਹਾਂ ਦੀ ਦਸ਼ਾ ਕਿਉਂ ਹੋਈ? ਸ੍ਰੀ ਹਰਿ ਗੋਬਿੰਦ ਸਬਨ ਸੋ ਆਹੀ ਗਾਥ ਉਚਾਰੀ, ਪੂਰਬ ਜਨਮ ਮਹੰਤ ਇਹ ਵਿਦਿਤਿਓ ਜਗ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਅਜਗਰ ਸੱਪ ਦੀ ਕਥਾ ਨੂੰ ਸੁਣਾਉਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਇਹ ਭਾਈ ਸਿੱਖੋ, ਪਹਿਲੇ ਜਨਮ ਦੇ ਵਿੱਚ ਇਹ ਬਹੁਤ ਵੱਡਾ ਮਹੰਤ ਸੀ, ਦੁਨੀਆ ਦੇ ਵਿੱਚ ਪ੍ਰਗਟ ਸੀ। ਚੌਂ ਦਿਸ਼ ਕੇ ਨਰ ਮੰਨਤਾ, ਚੌਂ ਦਿਸ਼ ਕੇ ਨਰ ਮੰਨਤਾ, ਕਰ ਸੀਸ ਨਿਵਾਵੇਂ, ਅਨਕ ਪਦਾਰਥ ਆਣ ਕਰ ਇਸ ਕੋ ਅਰ ਪਾਵੇਂ। ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚੋਂ ਬਹੁਤੇ ਸਾਰੇ ਲੋਕ ਇਸ ਦੀ ਮੰਨਤਾ ਕਰਦੇ ਸਨ। ਲੋਕੀ ਇਸ ਦੇ ਚਰਨਾਂ ਤੇ ਆਣ ਕੇ ਨਿਮਦੇ ਸਨ। ਅਨੇਕਾਂ ਪਦਾਰਥ ਇਸ ਦੇ ਚਰਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਅਰਪਣ ਹੁੰਦੇ ਸਨ। ਜਿਤੇ ਕਿਰਮ ਤਨ ਮੈਂ ਪਰੇ, ਸਗਰੇ ਤਬ ਚੇਲੇ, ਹੋਈ ਬੜਾਈ ਜਗਤ ਬੜ ਇਸ ਹਿਤ ਕਰ ਮਿਲੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿੰਨੇ ਵੀ ਇਹਦੇ ਸਰੀਰ ਦੇ ਵਿੱਚ ਇਹ ਕਿਰਮ ਪਏ ਹੋਏ ਸਨ, ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਸ ਮਹੰਤ ਦੇ ਇਹ ਸਾਰੇ ਦੇ ਸਾਰੇ ਚੇਲੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਵਡਿਆਈ ਜਗਤ ਦੇ ਵਿੱਚ ਕਰਾਉਣ ਦੇ ਵਾਸਤੇ ਇਹਨਾਂ ਸਾਰਿਆਂ ਚੇਲਿਆਂ ਨੂੰ ਇਸ ਨੇ ਇਕੱਠਾ ਕੀਤਾ ਸੀ। ਅਹੰਕਾਰ ਮੈਂ ਵੱਡੋ, ਮਮ ਸਮ ਨਹੀਂ ਦੂਜਾ, ਕਰ ਦੇਸ਼ ਸਭ ਬੰਦਨਾ, ਚਰਨਨ ਕੀ ਪੂਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੇ ਮਨ ਦੇ ਵਿੱਚ ਬਹੁਤ ਵੱਡਾ ਇਸ ਤਰ੍ਹਾਂ ਦਾ ਹੰਕਾਰ ਸੀ, ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਕਰ ਦੇਸ਼ ਸਭ ਬੰਦਨਾ, ਚਰਨਨ ਕੀ ਪੂਜਾ, ਕਿਉਂਕਿ ਬਹੁਤੇ ਸਾਰੇ ਲੋਕ ਇਹਦੇ ਚਰਨਾਂ ਦੀ ਪੂਜਾ ਕਰਦੇ ਸਨ, ਵੱਡਾ ਮਹੰਤ ਜਾਣ ਕੇ। ਸਿਮਰਿਓ ਨਹੀਂ ਕਰਤਾ ਪੁਰਖ, ਸ਼ੁਭ ਕਰਮ ਨਾ ਕੀਨਾ, ਗਣ ਚੇਲਣ ਕਰਬੋ ਭਜਨ, ਉਪਦੇਸ਼ ਨਾ ਦੀਨਾ। ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਦੀ ਮਾੜੀ ਦਸ਼ਾ ਇਸ ਕਰਕੇ ਹੋਈ ਕਿਉਂਕਿ ਵੱਡਾ ਮਹੰਤ ਤੇ ਭਾਵੇਂ ਬਣ ਗਿਆ,
ਪਰ ਇਹਨੇ ਕਰਤਾ ਪੁਰਖ ਨੂੰ ਯਾਦ ਨਹੀਂ ਕੀਤਾ, ਕੋਈ ਵੀ ਚੰਗਾ ਕਰਮ ਨਹੀਂ ਕੀਤਾ, ਮਾਇਆ ਦੇ ਵਿੱਚ ਲੱਗਾ ਰਿਹਾ। ਇਸ ਤੋਂ ਇਲਾਵਾ ਜਿਹੜੇ ਇਹਨੇ ਆਪਣੇ ਚੇਲੇ ਬਣਾਏ ਉਹਨਾਂ ਨੂੰ ਵੀ ਭਜਨ ਕਰਨ ਦਾ ਕੋਈ ਸ਼ੁਭ ਉਪਦੇਸ਼ ਨਹੀਂ ਦਿੱਤਾ। ਹੰਕਾਰਤ ਹੀ ਮਰ ਗਇਓ ਜੂਨੀ ਅਹੀ ਪਾਈ, ਲੋਕ ਪ੍ਰਲੋਕ ਸੁਖ ਤੇ ਰਖੇ ਸੋ ਕ੍ਰਿਮ ਸਮੁਦਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੰਕਾਰਿਆ ਹੀ ਮਰ ਗਿਆ ਤੇ ਫਿਰ ਇਸ ਨੂੰ ਇਸ ਅਜਗਰ ਸੱਪ ਦੀ ਜੂਨ ਪ੍ਰਾਪਤ ਹੋਈ। ਲੋਕ ਤੇ ਪ੍ਰਲੋਕ ਦੇ ਸੁਖ ਤੋਂ ਜਿਨ੍ਹਾਂ ਚੇਲਿਆਂ ਆਪਣਿਆਂ ਨੂੰ ਇਹਨੇ ਵਾਂਝਾ ਰੱਖਿਆ ਉਹਨਾਂ ਨੇ ਫਿਰ ਕੀੜਿਆਂ ਦੀ ਜੂਨ ਪ੍ਰਾਪਤ ਕੀਤੀ। ਕਾਟ ਕਾਟ ਗਣ ਖਾਤ ਹੈ ਨਹੀਂ ਇਹਨੇ ਉਧਾਰਾ, ਪਲਟਾ ਪੂਰਬ ਜਨਮ ਕੋ ਲੇਤੇ ਇਸ ਬਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਚੇਲੇ ਸਨ ਉਹ ਸਾਰੇ ਦੇ ਸਾਰੇ ਫਿਰ ਕੀੜੇ ਬਣੇ, ਜਿਹੜੇ ਕਿ ਕੱਟ ਕੱਟ ਕੇ ਇਸ ਜਨਮ ਦੇ ਵਿੱਚ ਇਹਨੂੰ ਖਾ ਰਹੇ ਸਨ, ਮਾਨੋ ਕਿ ਆਪਣੇ ਪਿਛਲੇ ਜਨਮ ਦਾ ਉਹ ਬਦਲਾ ਪੂਰਾ ਕਰ ਰਹੇ ਸਨ। ਆਪ ਨਾ ਉਧਰਿਓ ਜਗਤ ਤੇ ਨਹੀਂ ਸਿੱਖ ਉਬਾਰੇ, ਨਿਜ ਮਨ ਤਾਕੇ ਹੇਤ ਕਰ ਸ਼ੁਭ ਕਾਜ ਵਿਸਾਰੇ। ਆਪ ਨਾ ਉਧਰਿਓ ਭਾਵ ਕਿ ਆਪਣੇ ਆਪ ਦਾ ਇਸ ਦਾ ਕਲਿਆਣ ਜਗਤ ਦੇ ਵਿੱਚੋਂ ਨਾ ਹੋਇਆ ਤੇ ਨਾ ਹੀ ਇਹਨਾਂ ਚੇਲਿਆਂ ਦਾ ਕੁਝ ਬਣ ਸਕਿਆ। ਨਿਜ ਮਨਤਾ ਕੇ ਹੇਤ ਕਰ ਸ਼ੁਭ ਕਾਜ ਵਿਸਾਰੇ, ਚੰਗੇ ਕੰਮਾਂ ਨੂੰ ਇਸ ਮਹੰਤ ਨੇ ਪਹਿਲੇ ਜਨਮ ਦੇ ਵਿੱਚ ਭੁਲਾ ਦਿੱਤਾ, ਆਪਣੀ ਮਨਤਾ ਦੇ ਵਿੱਚ ਫਸ ਕੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਅਜਗਰ ਸੱਪ ਦਾ ਹਾਲ ਦੱਸਿਆ। ਰਾਏ ਜੋਧ ਸੁਣ ਪਿਛਲੇ ਜਨਮ ਅੰਦਰ, ਗੁਰੂ ਲੋਕਾਂ ਦਾ ਏ ਸਦਵਾਮ ਦਾਸੀ। ਆਤਮ ਵਿਦਿਆ ਗਿਆਨ ਧਿਆਨ ਕੁਝ ਨਾ, ਲੁੱਟ ਲੁੱਟ ਕੇ ਚੇਲਿਆਂ ਖਾਵਦਾ ਸੀ। ਨਿਤ ਖਾ ਪਰਾਈ ਕਮਾਈ ਤਾਈ, ਭੈੜਾ ਵਿਸ਼ੇ ਵਿਕਾਰ ਕਮਾਵਦਾ ਸੀ। ਮੂਲੋਂ ਕੀਤਾ ਉਦਾਹਰਣਾ ਚੇਲਿਆਂ ਦਾ, ਖਾਏ ਖਾਏ ਕੇ ਦੇਵ ਦਾਮਦਾ ਸੀ। ਅੰਤ ਮਰ ਕੇ ਸਰਪ ਦੀ ਜੂਨ ਪਿਆ, ਜਿਉਂਦਾ ਮਾਇਆ ਲਈ ਮਕਰ ਫੈਲਾਵਦਾ ਸੀ। ਪਾਈ ਮੁਕਤ ਨਾ ਚੇਲਿਆਂ ਬਣੇ ਕੀੜੇ, ਝੂਠਾ ਜਿਨ੍ਹਾਂ ਨੂੰ ਗਿਆਨ ਸੁਣਾਵਦਾ ਸੀ। ਉਹ ਬਦਲੇ ਆਪਣੇ ਲੈ ਰਹੇ ਹਨ, ਕੱਚਾ ਗੁਰੂ ਹੁਣ ਦੁੱਖ ਉਠਾਵਦਾ ਸੀ। ਸਾਡਾ ਕੀਤਾ ਦੀਦਾਰ ਕਰਤਾਰ ਸਿੰਘਾ, ਦੇ ਛੁੱਟ ਗਈ ਨਿਤ ਤਕਾਵਦਾ ਸੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਉਸ ਵੇਲੇ ਸਤਿਗੁਰਾਂ ਨੇ ਆਖਿਆ ਕਿ ਸਾਡੀ ਬੜੇ ਚਿਰਾਂ ਤੋਂ ਇਹ ਉਡੀਕ ਕਰ ਰਿਹਾ ਸੀ, ਅੱਜ ਸਾਡਾ ਮਿਲਾਪ ਹੋਇਆ, ਇਸ ਦੀ ਦੇਹ ਛੁੱਟ ਗਈ ਹੈ ਤੇ ਉਹਨਾਂ ਚੀਜ਼ਾਂ ਤੋਂ ਇਹ ਮੁਕਤ ਹੋ ਗਿਆ। ਜਿਹੜੇ ਕੀੜੇ ਕੱਟ ਕੱਟ ਕੇ ਇਹਨੂੰ ਖਾ ਰਹੇ ਸਨ ਉਹਨਾਂ ਦੇ ਸੰਕਟ ਤੋਂ ਇਸ ਦੀ ਮੁਕਤੀ ਹੋ ਗਈ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਸੱਪ ਦੀ ਵਿਥਿਆ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निदान, जाके सदा विवेक। हे अपरंपर हर हरे, है पी होवनहार। हे संतः कै सदा संग ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय परोय। जाहि कुल ते प्रगट होय, ताहि कुल को नाम।
पुन द्वादश गोरिंद को मेरी है प्रणाम।